ਅਸੀਂ ਕਿਹਾ ਅਸੀਂ ਤਾਂ ਜਾਣਾਗਾ ਜੱਥਾ ਲੈ ਕੇ ਅਸੀਂ ਜੱਥਾ ਆ ਰਿਹਾ ਸੀਗਾ। ਫਿਰ ਅਸੀਂ ਕਿਹਾ ਅਸੀਂ ਵੀ ਜਾਵਾਂਗੇ, ਐਂ ਸਾਨੂੰ ਕਿਵੇਂ ਛੱਡ ਕੇ ਜਾ ਪੈਣਗੇ, ਅਸੀਂ ਵੀ ਜਾਣਾ। ਫਿਰ ਅਸੀਂ ਜਿੱਦ ਕਰੀਏ ਸਾਨੂੰ ਲੈ ਆਏ। ਫਿਰ ਵਾਪਸ ਵੀ ਜਾਓਗੇ? ਵਾਪਿਸ ਜੇ ਮਜਬੂਰੀ ਹੋਈ ਤਾਂ ਜਾਵਾਂਗੇ, ਨਹੀਂ ਤਾਂ ਇੱਥੇ ਰਵਾਂਗੇ। ਕਿਸਨੇ ਇਹ ਕਾਨੂੰਨ ਬਣਾਏ ਨੇ, ਕਿਸ ਦੇ ਲਈ? ਇਹ ਕਾਨੂੰਨ ਮੋਦੀ ਨੇ ਬਣਾਇਆ ਗਿਆ ਆਪਣੀਆਂ ਫਸਲਾਂ ਖੋਣ ਦੇ ਲਈ। ਉਹ ਕਾਲੇ ਕਾਨੂੰਨ ਵਾਪਿਸ ਲੈ ਲਓ ਜਲਦ ਤੋਂ ਜਲਦ, ਨਹੀਂ ਤਾਂ ਦੇਖਿਓ ਤੁਹਾਡਾ ਬੁਰਾ ਹਾਲ ਕਿਵੇਂ ਹੋਊਗਾ। ਜੇ ਤੁਹਾਨੂੰ ਮੌਕਾ ਦੇ ਦਈਏ ਵੀ ਚਾਹੋ ਆ ਜਾਓ, ਤੁਹਾਨੂੰ ਮੋਦੀ ਸਾਹਿਬ ਨਾਲ ਮਿਲਵਾਉਣੇ ਆ, ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਵਾਉਣੇ ਆ, ਮੁਲਾਕਾਤ ਕਰਵਾਉਣੇ ਆ, ਫਿਰ ਬਸ ਅਸੀਂ ਤਾਂ ਉਹਦੇ ਗੁੱਟਨੇ ਟਿਕਾ ਕੇ ਰਵਾਂਗੇ ਭਾਵੇਂ ਕੁਝ ਵੀ ਹੋ ਜਾਏ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹੂੰਗੇ ਛੇਤੀ ਮੰਨ ਜੋ ਇਹ ਜੱਟ ਜਾਤ ਹੁੰਦੀ ਆ, ਇਹ ਦਬਦੀ ਛੇਤੀ ਨਹੀਂ। ਜਿਹੜੇ ਅਸੀਂ ਸੜਕਾਂ 'ਤੇ ਬੈਠੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਹੀ ਅੱਤਵਾਦੀ ਕਹਿੰਦੇ ਨੇ, ਪਰ ਇਹ ਅੱਤਵਾਦੀ ਨਹੀਂ। ਸਾਹਿਬਜ਼ਾਦੇ ਆਪਣੇ ਲਈ ਜ਼ਿੰਦਗਾਨੀ ਵਾਰ ਗਏ, ਸਾਹਿਬਜ਼ਾਦੇ ਆਪਣੇ ਲਈ ਜ਼ਿੰਦਗਾਨੀ ਵਾਰ ਗਏ। ਸੋਚੋ ਜ਼ਰਾ ਅੱਜ ਆਪਾਂ ਸਿੱਖੀ ਕਿਉਂ ਵਿਚਾਰ ਗਏ, ਸਿੱਖੀ ਕਿਉਂ ਵਿਚਾਰ ਗਏ। ਸਵਾਗਤ ਹੈ ਤੁਹਾਡਾ ਤੇ ਤੁਸੀਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸੁੱਖਾ ਖੇੜੀਵਾਲਾ। ਸਿੰਘੂ ਬਾਰਡਰ ਤੇ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਇਸ ਕਿਸਾਨੀ ਅੰਦੋਲਨ ਦੀ तमाम ਅਪਡੇਟ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਹਾਂ। ਤੇ ਅੱਜ ਅਸੀਂ ਅਜਿਹੇ ਤੁਹਾਨੂੰ ਨੰਨੇ ਬੱਚਿਆਂ ਦੇ ਨਾਲ ਮਿਲਵਾਵਾਂਗੇ ਜੋ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਹਾਲਾਂਕਿ ਤੁਹਾਨੂੰ ਅਲੱਗ-ਅਲੱਗ ਸ਼ਖਸੀਅਤਾਂ, ਕਿਸਾਨ ਆਗੂਆਂ, ਕਲਾਕਾਰਾਂ, ਹੋਰ ਵੀ ਅਲੱਗ-ਅਲੱਗ ਸਿੰਗਰਾਂ ਤੱਕ ਦੀਆਂ ਤੁਹਾਨੂੰ ਇੰਟਰਵਿਊ ਦਿਖਾਉਂਦੇ ਆ, ਪਰ ਅੱਜ ਤੁਹਾਨੂੰ ਮਿਲਵਾਵਾਂਗੇ ਉਹਨਾਂ ਨੰਨੇ ਛੋਟੇ ਮਾਸੂਮ ਬੱਚਿਆਂ ਦੇ ਨਾਲ ਜਿਹੜੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਕਾਨੂੰਨ ਬਾਰੇ ਵਧੇਰੇ ਜਾਣਦੇ ਨੇ। ਅਸੀਂ ਵੀ ਤੁਹਾਨੂੰ ਮਿਲਵਾਉਂਦੇ ਆ, ਤੁਹਾਨੂੰ ਸੁਣਵਾਉਂਦੇ ਆ ਕਿ ਆਖਿਰਕਾਰ ਉਹ ਕਿਸ ਮਕਸਦ ਦੇ ਨਾਲ ਇੱਥੇ ਆਇਆ, ਕਿ ਵਾਕਈ ਉਹਨਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਪਤਾ ਆ ਜਾਂ ਫਿਰ ਵੈਸੇ ਹੀ ਇਹ ਆਪਣੇ ਮਾਂ-ਬਾਪ ਦੇ ਨਾਲ ਇਸ ਅੰਦੋਲਨ ਦੇ ਵਿੱਚ ਆਏ ਨੇ। ਕੱਲੇ ਦਾ ਨਾਂ ਜਾਣ ਲੈਂਦੇ ਆ। ਹਾਂਜੀ, ਕੀ ਨਾਂ ਤੁਹਾਡਾ? ਬਲਜਸ਼ਨ ਕੌਰ। ਕਿੱਥੋਂ ਬੇਟਾ? ਦੁੱਲੇਵਾਲੇ ਤੋਂ, ਜ਼ਿਲ੍ਹਾ ਬਠਿੰਡਾ। ਬਠਿੰਡਾ। ਹਾਂਜੀ, ਨਵਜੋਤ ਕੌਰ। ਕਿੱਥੋਂ ਜੀ? ਦੁੱਲੇਵਾਲ ਪਿੰਡ, ਬਠਿੰਡਾ। ਜ਼ਿਲ੍ਹਾ। ਤੁਹਾਡਾ ਨਾਮ ਬੇਟਾ? ਸੁਮਨਦੀਪ ਕੌਰ। ਬਠਿੰਡਾ। ਹਾਂਜੀ, ਮਨਪ੍ਰੀਤ ਸਿੰਘ ਜੀ, ਕਿੱਥੋਂ? ਨਲਾਸ ਤੋਂ ਹੀ, ਜ਼ਿਲ੍ਹਾ ਪਟਿਆਲਾ ਹੀ। ਪਟਿਆਲਾ। ਹਾਂਜੀ, ਮੇਰਾ ਨਾਮ ਕਰਨਵੀਰ ਸਿੰਘ ਹੈ ਤੇ ਮੈਂ ਰਾਜਪੁਰਾ ਤੋਂ ਆਇਆ। ਰਾਜਪੁਰਾ। ਇਹ ਫਿਰ ਪਟਿਆਲਾ ਕਿਵੇਂ ਮਿਲੇ? ਪਟਿਆਲਾ ਇਹ ਮੇਰੇ ਤੇ ਲੱਗਾ ਹੈ। ਅੱਛਾ, ਅਲੱਗ-ਅਲੱਗ ਇੱਥੇ ਦੋਸਤੀ ਪਈ ਹੈ ਤੁਹਾਡੀ? ਨਹੀਂ, ਉੱਥੇ ਉਹ ਪਈ ਸੀ ਦੋਸਤੀ, ਅਸੀਂ ਇਕੱਠੇ ਹੋ ਕੇ ਆਏ ਹਾਂ ਉਰੇ। ਇਕੱਠੇ ਹੋ ਕੇ ਆਏ ਹੋ ਰਾਜਪੁਰਾ ਤੇ ਪਟਿਆਲੇ ਤੋਂ? ਹਾਂਜੀ ਪਹਿਲਾਂ ਜਾਣਦੇ ਸੀ ਇਹਨਾਂ ਨੂੰ? ਹਾਂਜੀ, ਪਹਿਲਾਂ ਜਾਣਦਾ ਸੀ। ਅੱਛਾ। ਹਾਂਜੀ, ਤੁਹਾਡਾ ਨਾਂ ਕੀ ਆ? मेरा नाम मनजोत सिंह है, मेरी उम्र 15 साल है। ਕਿੱਥੋਂ? राजपुरे तो। ਤੁਹਾਡਾ ਬੇਟਾ? ਜੀ ਮੇਰਾ ਵੀ ਹੋ ਗਿਆ ਗੁਰਸ਼ਰਨ। ਚਲੋ ਫਿਲਹਾਲ ਉਮਰ ਤਾਂ ਨਹੀਂ ਅਸੀਂ ਤੁਹਾਨੂੰ ਦੱਸਦੇ ਕਿ ਨਾ ਹੀ ਪੁੱਛਦੇ ਆ, ਕਿਉਂਕਿ ਮਾਸੂਮ ਨੇ, ਛੋਟੀ ਉਮਰ ਦੇ ਨੇ। ਛੋਟੀ ਉਮਰ ਦੇ ਹੁੰਦੇ ਆ ਤਾਂ ਮਾਸੂਮ ਹੀ ਆ, ਤੁਹਾਨੂੰ ਦੇਖ ਲਿਓ। ਤੇ ਸ਼ੁਰੂਆਤ ਇਸ ਬੇਟੀ ਤੋਂ ਕਰਾਂਗੇ ਕਿ ਆਖਿਰਕਾਰ ਕਿੱਥੇ ਆਏ ਨੇ। ਸਭ ਤੋਂ ਪਹਿਲਾ ਸਵਾਲ ਇਹ ਆ, ਬੇਟੀ ਕਿੱਥੇ ਆਏ ਹੋ ਤੁਸੀਂ? ਅਸੀਂ ਦਿੱਲੀ ਸਿੰਘੂ ਬਾਰਡਰ ਤੇ ਆਏ। ਕਿਉਂ ਆਏ ਹੋ, ਕਦ ਆਏ ਹੋ? ਅਸੀਂ ਆਦੇ ਹੱਕ ਲੈਣ ਦੇ ਲਈ ਆਏ ਆਂਗੇ। ਹਾਂ, ਜੋ ਮੋਦੀ ਨੇ 3 ਕਾਲੇ ਕਾਨੂੰਨ ਪਾਸ ਕਰੇ ਸੀ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਆਏ ਆ। ਬੇਟੇ ਕਾਨੂੰਨ ਕੀ ਨੇ? 3 ਕਾਨੂੰਨ ਨੇ ਉਹਦੇ। ਜੇ ਲਾਗੂ ਹੋਏ, ਜੇ ਲਾਗੂ ਹੋ ਗਏ ਜਾਂ ਹੋ ਜਾਣ ਤਾਂ ਕੀ ਨੁਕਸਾਨ ਹੋਏਗਾ? ਬਹੁਤ ਨੁਕਸਾਨ ਹੋਏਗਾ, ਜਿਵੇਂ ਕਿ ਫਸਲਾਂ ਨੂੰ ਨੁਕਸਾਨ ਹੋਏਗਾ, ਹੋਰ ਵੀ ਨੋ ਫਾਰਮ, ਨੋ ਫਿਊਚਰ, ਨੋ ਫਾਰਮਰਸ, ਨੋ ਫੂਡ। ਹਾਂਜੀ। ਤੇ ਫਿਰ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ? ਸਾਨੂੰ 3-4 ਦਿਨ ਹੋ ਗਏ ਨੇ। ਅੱਛਾ। ਤੇ ਤੁਹਾਨੂੰ ਮੰਮੀ ਡੈਡੀ ਲੈ ਕੇ ਆਏ ਜਾਂ ਖੁਦ ਜਿੱਦ ਕਰਕੇ ਆਏ ਹੋ? ਅਸੀਂ ਜ਼ਿੱਦ ਕਰਕੇ ਹੀ ਆਏ ਹਾਂ। ਜਿੱਦ ਕਰਕੇ ਆਏ ਹੋ? ਹਾਂਜੀ। ਕੀ ਕਿਹਾ? ਅਸੀਂ ਕਿਹਾ ਅਸੀਂ ਤਾਂ ਜਾਣਾਗਾ ਜੱਥਾ ਲੈ ਕੇ ਅਸੀਂ ਜੱਥਾ ਆ ਰਿਹਾ ਸੀਗਾ। ਫਿਰ ਅਸੀਂ ਕਿਹਾ ਅਸੀਂ ਵੀ ਜਾਵਾਂਗੇ, ਐਂ ਸਾਨੂੰ ਕਿਵੇਂ ਛੱਡ ਕੇ ਜਾ ਪੈਣਗੇ, ਅਸੀਂ ਵੀ ਜਾਣਾ। ਫਿਰ ਅਸੀਂ ਜਿੱਦ ਕਰੀਏ ਸਾਨੂੰ ਲੈ ਆਏ। ਪਹਿਲੀ ਵਾਰ ਆਏ ਹੋ? ਹਾਂਜੀ। ਤੇ ਘੁੰਮੇ ਫਿਰ ਸਾਰਾ? ਹਾਂਜੀ, ਬਹੁਤ ਮਜ਼ਾ ਆਇਆ। ਫਿਰ ਵਾਪਸ ਵੀ ਜਾਓਗੇ? ਵਾਪਿਸ ਜੇ ਮਜਬੂਰੀ ਹੋਈ ਤਾਂ ਜਾਵਾਂਗੇ, ਨਹੀਂ ਤਾਂ ਇੱਥੇ ਰਵਾਂਗੇ। ਜੇ ਚਲੇ ਵੀ ਗਏ ਫਿਰ ਵਾਪਸ? ਜੇ ਚਲੇ ਵੀ ਗਏ ਫਿਰ ਤਾਂ ਵਾਪਿਸ ਜ਼ਰੂਰ ਆਵਾਂਗੇ। ਐਂ ਤਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਵਾਪਿਸ ਨਾ ਆਈਏ, ਆਵਾਂਗੇ ਜ਼ਰੂਰ। ਜ਼ਰੂਰੀ ਆਉਣਾ ਤੁਹਾਡਾ? ਹਾਂਜੀ। ਕਿਉਂ? ਕਿਉਂਕਿ ਅਸੀਂ ਆਦੇ ਹੱਕ ਲੈਣ ਦੇ ਲਈ ਆਉਣਾ, ਅਸੀਂ ਲੜਾਈ ਕਰਨ ਲਈ ਆਏ। ਜਿਹੜੇ ਹੱਕ ਮੋਦੀ ਧਰਨੇ ਤੇ ਬੈਠੇ ਨੇ?
ਹਾਂਜੀ ਕੀ ਦੇਖਿਆ ਇੱਥੇ ਆ ਕੇ ਲੋਕਾਂ ਦਾ? ਇੱਥੇ ਬਹੁਤ ਵਧੀਆ ਹੈਗਾ ਇੱਥੇ। ਅੱਧੇ ਸੋਚ ਰਿਹਾ ਕਿ ਇੱਥੇ ਮੱਛਰ ਵੀ ਬਹੁਤ ਆ, ਪਰ ਨਹੀਂ ਇੰਨਾ ਵੀ ਨਹੀਂ ਹੈਗਾ ਜਿੰਨਾ ਸੋਚ ਰਿਹਾ ਕਿ ਬਹੁਤ ਵਧੀਆ ਹੈਗਾ। ਹਾਂ ਕਾਹਦੇ 'ਚ ਰਹਿ ਰਹੇ ਹੋ? ਅਸੀਂ ਟੈਂਟ 'ਚ। ਟੈਂਟ 'ਚ। ਹਾਂਜੀ ਤੇ ਬੇਟਾ ਕਿਸਨੇ ਇਹ ਕਾਨੂੰਨ ਬਣਾਏ ਨੇ, ਕਿਸ ਦੇ ਲਈ? ਇਹ ਕਾਨੂੰਨ ਮੋਦੀ ਨੇ ਬਣਾਇਆ ਗਿਆ ਆਪਣੀਆਂ ਫਸਲਾਂ ਖੋਣ ਦੇ ਲਈ। ਹਾਂ ਫਿਰ ਕੀ ਕਹੋਗੇ ਮੋਦੀ ਜੀ ਨੂੰ? ਅਸੀਂ ਮੋਦੀ ਨੂੰ ਕਹਿ ਰਹੇ ਆਂਗੇ ਵੀ ਹਨਾ ਬਚ ਸਾਡੇ ਤੋਂ ਜਿੰਨਾ ਬਚਣਾ ਉਹਨਾਂ ਬਚ ਜਾ, ਨਹੀਂ ਤਾਂ ਫਿਰ ਦੇਖੀ ਤੇਰਾ ਕਿਵੇਂ ਹੋਊਗਾ। ਇਹ ਨਹੀਂ ਕਹਿੰਦੇ ਤੁਸੀਂ ਵੀ ਉਹ ਕਾਲੇ ਕਾਨੂੰਨ ਵਾਪਸ ਲੈ ਲਓ? ਹਾਂ ਉਹ ਕਾਲੇ ਕਾਨੂੰਨ ਵਾਪਸ ਲੈ ਲਓ ਜਲਦ ਤੋਂ ਜਲਦ, ਨਹੀਂ ਤਾਂ ਦੇਖਿਓ ਤੁਹਾਡਾ ਬੁਰਾ ਹਾਲ ਕਿਵੇਂ ਹੋਊਗਾ। ਇਹ ਗੱਲਾਂ ਕਿਸੇ ਨੇ ਸੁਣਾਈਆਂ ਸਿਖਾਈਆਂ ਬੇਟਾ, ਆਪ ਹੀ ਬੋਲ ਰਹੇ ਹੋ? ਨਹੀਂ ਸਿਖਾਈ ਨਹੀਂ, ਆਪ ਹੀ ਬੋਲ ਰਹੇ। ਇਹਨਾਂ ਤਾਂ ਸਾਰਿਆਂ ਨੂੰ ਹੀ ਪਤਾ ਹੋਣਾ ਚਾਹੀਦਾਗਾ। ਦਿੱਲੀ ਬਾਰੇ ਵੀ 3 ਕਾਨੂੰਨ ਕਾਹਦੇ ਨੇ, ਕਿਹਨੇ ਉਹ ਕਰਿਆਗੇ, ਇਹਨਾਂ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਜਦ ਤੁਸੀਂ ਪਿੰਡ ਰਹਿੰਦੇ ਸੀ ਉੱਥੇ ਵੀ ਚਰਚਾ ਹੁੰਦੀ ਸੀ ਇਹਨਾਂ ਬਾਰੇ? ਹਾਂਜੀ ਬਹੁਤ ਹੁੰਦੀ ਸੀ ਚਰਚਾ ਵੀ ਮੋਦੀ ਐਂ ਕਰਦਾ ਹੈ, ਉਹਦੇ 3 ਕਾਨੂੰਨ ਨੇ ਆਏ। ਤੇ ਮੰਮੀ ਡੈਡੀ ਪਹਿਲਾਂ ਹੀ ਇੱਥੇ ਆਉਂਦੇ ਸੀ? ਹਾਂਜੀ ਉਹ ਆਏ ਵੇ ਨੇ ਸੀ। ਪਹਿਲਾਂ ਵੀ ਆਏ ਨੇ? ਹਾਂਜੀ ਤੇ ਫਿਰ ਇਸ ਵਾਰ ਤੁਸੀਂ ਜਿੱਦ ਕੀਤੀ ਹੈ ਨਾ? ਹਾਂਜੀ ਇਸ ਵਾਰ ਪਹਿਲਾਂ ਸਾਨੂੰ ਜਮਾ ਨਹੀਂ ਲੈ ਕੇ ਆਏ, ਇਸ ਵਾਰ ਅਸੀਂ ਬਹੁਤ ਜਿੱਦ ਕਰੀ ਤਾਂ ਹੀ ਆ ਗਏ। ਤੇ ਬੇਟਾ ਹੋਰ ਕੌਣ ਕੌਣ ਆਏ ਤੁਹਾਡੇ ਨਾਲ? ਉਹ ਦਾਦੀ ਮਾਂ ਜੀ ਆਏ ਨੇਗੇ, ਫਿਰ ਆਹ ਚਾਚਾ ਜੀ ਆਏ ਨੇ, ਹੋਰ ਸਾਰੇ ਆਏ ਨੇ। ਜੇਕਰ ਨਾ ਕਾਲੇ ਕਾਨੂੰਨ ਰੱਦ ਹੋਏ ਤਾਂ ਫਿਰ ਵਾਪਸ ਕਰਨ ਨੂੰ ਚੱਲ ਜਾਓਗੇ ਸਾਰੇ, ਜਾਂ ਤੁਸੀਂ, ਜਾਂ ਕਿੱਦਾਂ? ਚੱਲੇ ਨਹੀਂ ਜਾਂਦੇ ਅਸੀਂ। ਆਪਦੇ ਹੱਕ ਵਾਪਸ ਜ਼ਰੂਰ ਲੈਣੇ। ਅਸੀਂ ਮੋਦੀ ਨਾਲ ਲੜ ਕੇ ਹੀ ਜਾਵਾਂਗੇ ਚਾਹੇ ਕੁਝ ਵੀ ਹੋ ਜਾਏ। ਕਿੰਨਾ ਸਮਾਂ ਲੱਗੇ ਜਾਏ? ਕੀ ਸਮਾਂ ਕਿੰਨਾ ਕੁ ਲੱਗੇ? ਭਾਵੇਂ 3-5 ਸਾਲ ਲੱਗ ਜਾਣ, ਪਰ ਅਸੀਂ ਇਹ ਜੰਗ ਜਿੱਤ ਕੇ ਜਾਵਾਂਗੇ। ਹਾਰਦੇ ਨਹੀਂ? ਹਾਂਜੀ ਚਲੋ ਬਾਅਦ ਚ ਫਿਰ ਆਉਣਾ ਤੁਹਾਡੇ ਕੋਲ। ਹਾਂ ਤੁਹਾਡਾ ਨਾਂ ਕੀ? ਬੇਟਾ ਤੁਸੀਂ ਆਏ ਹੋ, ਤੁਹਾਡੇ ਨਾਲ ਕੌਣ ਕੌਣ ਆਇਆ? ਸਾਡੇ ਨਾਲ ਮੇਰੇ ਮੰਮਾ ਆਏ ਆ, ਮੇਰੇ ਹੋਰ ਵੀ ਦਾਦਾ ਆਏ ਆਗੇ। ਬਹੁਤ ਚਿਰ ਤੋਂ ਬਾਰੇ ਕੀ ਕਿਉਂ ਬੈਠੇ ਲੋਕ ਇੱਥੇ? ਲੋਕ ਇੱਥੇ ਆਪਦੇ ਹੱਕ ਵਾਪਸ ਲਿਆਉਣ ਲਈ ਬੈਠੇ ਆਗੇ, ਤੇ ਇੱਥੋਂ ਹੱਕ ਅਸੀਂ ਵਾਪਸ ਲੈ ਕੇ ਹੀ ਜਾਵਾਂਗੇ ਆਪਦੇ। ਹੱਕ ਕਿਵੇਂ ਹੋਏ ਆਏ? ਇਹ ਮੋਦੀ ਨੇ ਹੱਕ ਸਾਡੇ ਖੋਏ ਆਗੇ, ਤੇ ਅਸੀਂ ਮੋਦੀ ਤੋਂ ਹੱਕ ਆਪਦੇ ਵਾਪਸ ਲੈ ਕਰ ਜਾਵਾਂਗੇ ਇੱਥੋਂ। ਪਹਿਲਾਂ ਆਏ ਹੋ ਇੱਥੇ ਕਿ ਪਹਿਲੀ ਨਹੀਂ ਵਾਰ? ਪਹਿਲੀ ਵਾਰੀ ਹੀ ਆਏ ਆ ਅਸੀਂ ਤਾਂ ਇੱਥੇ। ਫਿਰ ਰਹੋਗੇ ਇੱਥੇ ਹਾਂਜੀ ਕਿੰਨਾ ਸਮਾਂ? ਅਸੀਂ ਜਿੰਨਾ ਵੀ ਸਮਾਂ ਲੱਗ ਚੁੱਕੇ ਸੀ ਉਹਨਾਂ ਚਿਰ ਇੱਥੇ ਰਵਾਂਗੇ। ਜਾਂਦੇ ਨੇ ਵਾਪਸ? ਨਹੀਂ ਦਿਲ ਲੱਗ ਗਿਆ? ਹਾਂਜੀ ਤੇ ਕੀ ਲੱਗਦਾ ਕਿ ਮੋਦੀ ਸਾਹਿਬ ਮੰਨ ਜਾਣਗੇ? ਹਾਂਜੀ ਮੋਦੀ ਸਾਹਿਬ ਮੰਨ ਜਾਣਗੇ, ਜੇ ਨਾ ਵੀ ਮੰਨੇ ਪਰ ਅਸੀਂ ਮਨਾਉਣ ਨੂੰ ਹੈਗੇ ਆ। ਯਾਰ ਹਾਂਜੀ ਜੇ ਤੁਹਾਨੂੰ ਮੌਕਾ ਦੇ ਦਈਏ ਵੀ ਚਾਹੋ ਆ ਜਾਓ, ਤੁਹਾਨੂੰ ਮੋਦੀ ਸਾਹਿਬ ਨਾਲ ਮਿਲਵਾਉਣੇ ਆ, ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲਵਾਉਣੇ ਆ, ਮੁਲਾਕਾਤ ਕਰਵਾਉਣੇ ਆ, ਫਿਰ ਬਸ ਅਸੀਂ ਤਾਂ ਉਹਦੇ ਗੁੱਟਨੇ ਟਿਕਾ ਕੇ ਰਵਾਂਗੇ ਭਾਵੇਂ ਕੁਝ ਵੀ ਹੋ ਜਾਏ। ਪਹਿਲਾਂ ਪਿਆਰ ਨਾਲ ਤਾਂ ਪੁੱਛ ਲਿਓ ਇੱਕ ਵਾਰ ਵੀ ਮੋਦੀ ਸਾਹਿਬ ਸਾਡੇ ਇੱਥੇ ਵੱਡੇ ਬੈਠੇ ਨੇ, ਸਾਡੇ ਦਾਦਾ ਨਾਨੀ ਪਾਪਾ ਮੰਮੀ ਸਾਰੇ ਬੈਠੇ। ਸਾਨੂੰ ਜਮਾ ਤਰਸ ਨਹੀਂ ਆਉਂਦਾ ਵੀ ਅਸੀਂ ਕਿੰਨੀ ਮੁਸ਼ਕਿਲ ਨਾਲ ਬੈਠ ਰਹੇ ਹਾਂ, ਕਿ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਜੇ ਹੈ ਨਾ ਆਪਦੇ ਹੱਕ ਵਾਪਸ ਨਹੀਂ, ਜੇ ਅਸੀਂ ਆਪਦੇ ਹੱਕ ਵਾਪਸ ਲੈ ਕੇ ਜਾਵਾਂਗੇ, ਤੁਸੀਂ ਵੀ ਆਦੇ ਜਿਹੜੇ 3 ਕਾਨੂੰਨ ਨੇਗੇ ਉਹ ਵਾਪਸ ਲੈ ਲਓ, ਨਹੀਂ ਤਾਂ ਦੇਖਿਓ ਫਿਰ ਤੁਹਾਡੇ ਨਾਲ ਕੀ ਬਣੇਗਾ। ਪਹਿਲਾਂ ਤਾਂ ਪਿਆਰ ਨਾਲ ਹੀ ਪੁੱਛ ਲਿਓ। ਹਾਂਜੀ ਹੈਨਾ? ਪਿਆਰ ਨਾਲ ਪੁੱਛਾਂਗੇ, ਪਹਿਲਾਂ ਐਂਡ ਤੇ ਜਾ ਕੇ ਮਾੜਾ ਜਿਹਾ ਗੁੱਸਾ ਦਿਖਾਵਾਂਗੇ। ਉਦੋਂ ਗੁੱਸਾ ਦਿਖਾਵੋਗੇ ਹੈਨਾ ਵੀ ਬੈਠੇ ਨੇ। ਚਲੋ ਬੱਚੀ ਸੀ ਬਠਿੰਡੇ ਤੋਂ, ਤੇ ਇਹ ਲੜਕਾ ਰਾਜਪੁਰੇ ਤੋਂ ਆ, ਗੱਲਬਾਤ ਕਰ ਲੈ। ਪਟਿਆਲੇ ਤੋਂ ਆ, ਰਾਜਪੁਰਾ। ਚਲੋ ਅੱਛਾ ਬੇਟਾ ਕੀ ਜਾਣਦੇ ਹੋ ਇਹਨਾਂ ਕਾਨੂੰਨਾਂ ਬਾਰੇ, ਤੇ ਕੀ ਲੱਗਦਾ ਇਹ ਲੋਕ ਜਿਹੜੇ ਬੈਠੇ ਨੇ ਕਿਸ ਵਜ੍ਹਾ ਕਰਕੇ ਬੈਠੇ ਨੇ? ਕੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਕਿਸਾਨਾਂ ਬਾਰੇ ਬੋਲਣਾ ਚਾਹੁੰਦਾ ਹਾਂ ਕੁਛ। ਜੋ ਉਰੇ ਇਹ ਕਿਸਾਨ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ, ਆਪਣੇ ਧਰਨੇ ਤੇ ਬੈਠੇ ਨੇ, ਇੱਥੇ ਕੋਈ ਡੰਡਾ ਮਾਰੀ ਨਹੀਂ ਹੋ ਰਹੀ। ਇਹ ਸ਼ਾਂਤਮਈ ਢੰਗ ਨਾਲ ਉਰੇ ਸਾਰਾ ਧਰਨਾ ਦਿੱਤਾ ਜਾ ਰਿਹਾ ਹੈ। ਜੋ ਕਿਸਾਨ ਨੇ ਉਹਨਾਂ ਨੇ ਪਿੱਛੇ ਤੋਂ ਹੀ ਉਹਨਾਂ ਨੇ ਆਪਣੇ ਹੱਕਾਂ ਲਈ ਲੜਦੇ ਆ ਰਹੇ ਨੇ। ਉਹਨਾਂ ਦੇ ਪੁੱਤ ਜੋ ਬਾਰਡਰਾਂ ਤੇ ਦੇਸ਼ ਦੀ ਰਾਖੀ ਕਰਦੇ ਹਨ, ਤੇ ਕਿਸਾਨ ਉਰੇ ਲੋਕਾਂ ਦਾ ਢਿੱਡ ਭਰਦੇ ਹਨ। ਇਸ ਲਈ ਮੈਂ ਕਹਿਣਾ ਚਾਹੁੰਦਾ ਨੋ ਫਾਰਮਰ ਨੋ ਫੂਡ ਨੋ ਫਿਊਚਰ। ਇਸ ਲਈ ਕਿਸਾਨਾਂ ਦੇ ਹੱਕ ਵਿੱਚ ਆਣ ਕੇ ਉਰੇ ਦਿੱਲੀ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਦਿਓ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਕਹੋਗੇ ਜੀ? ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹੂੰਗੇ ਛੇਤੀ ਮੰਨ ਜੋ ਇਹ ਜੱਟ ਜਾਤ ਹੁੰਦੀ ਆ, ਇਹ ਦਬਦੀ ਛੇਤੀ ਨਹੀਂ। ਇਹ ਕੋਈ ਲਿਖ ਕੇ ਤਾਂ ਨਹੀਂ ਪੜਿਆ ਤੁਸੀਂ? ਕਿ ਲਿਖਿਆ ਹੋਵੇ, ਪੜਿਆ ਹੋਵੇ, ਯਾਦ ਕੀਤਾ ਹੋਵੇ? ਨਹੀਂ? ਹਾਂ ਚਲੋ ਕੋਈ ਗੱਲ ਨਹੀਂ। ਹਾਂ ਤਰੀਕਾ ਉਹ ਸੀ। ਅੱਛਾ ਬੇਟਾ ਤੂੰ ਦੱਸ ਫਿਰ, ਆਪਾਂ ਸ਼ੁਰੂ ਕਰਦੇ ਹਾਂ ਕਾਨੂੰਨਾਂ ਬਾਰੇ ਜਾਣਕਾਰੀ ਹੈ ਜਿਹੜੇ ਬਣਾਏ ਨੇ? ਨਹੀਂ ਕੋਈ ਪਾਪਾ ਨੂੰ ਪਤਾ ਜੀ ਕਾਨੂੰਨ ਬਾਰੇ। ਨੁਕਸਾਨ ਹੋਏਗਾ? ਆਪਾਂ ਨੂੰ ਇਹ ਨੁਕਸਾਨ ਹੋਏਗਾ ਕਿ ਆਪਾਂ ਨੂੰ ਚੰਗੀ ਫਸਲ ਨਹੀਂ ਮਿਲੇਗੀ, ਤੇ ਆਪਾਂ ਨੂੰ ਪ੍ਰਾਈਸ ਨਹੀਂ ਵਧੀਆ ਨਹੀਂ ਮਿਲੇਗਾ। ਹਾਂਜੀ ਨੁਕਸਾਨ ਹੋਏਗਾ? ਹਾਂਜੀ ਨੁਕਸਾਨ ਬਹੁਤ ਬੜਾ ਹੋਏਗਾ। ਫਿਰ ਹੁਣ ਹੱਲ? ਹੁਣ ਹਲੇ ਇਹ ਹੈ ਕਿ
ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਛੇਤੀ ਛੇਤੀ ਇਹ ਕਾਲੇ ਕਾਨੂੰਨ ਰੱਦ ਕਰਨ ਜਾਵੇ। ਕਿੰਨਾ ਕੁ ਸਮਾਂ ਜਿਹੜਾ ਇੱਥੇ ਬੈਠਣ ਲਈ ਤਿਆਰ ਹੈ? ਇਹ ਡੈਡੀ ਕਹਿੰਦਾ ਹੋਊਗਾ ਵੀ ਕਿੰਨਾ ਸਮਾਂ ਉਹ ਬੈਠਣਗੇ? ਜਦ ਤੱਕ ਇਹ ਮੋਰਚਾ ਚੱਲੇਗਾ ਜਦ ਤੱਕ ਅਸੀਂ ਇੱਥੇ ਬੈਠਣ ਲਈ ਤਿਆਰ ਹਾਂ। ਤੁਸੀਂ ਵੀ ਪਹਿਲੀ ਵਾਰ ਆਏ ਹੋ? ਅਸੀਂ ਪਹਿਲੀ ਵਾਰ ਆਏ ਹਾਂ ਜੀ। ਫਿਰ ਹੁਣ ਵਾਪਸ ਜਾਣ ਦਾ ਹੈ ਇਰਾਦਾ? ਨਹੀਂ ਜੇ ਕੋਈ ਮਜਬੂਰੀ ਹੈਗੀ ਤਾਂ ਜਾਵਾਂਗੇ, ਨਹੀਂ ਤਾਂ ਇੱਥੇ ਹੀ ਬੈਠੇ ਹਾਂ। ਇੱਥੇ ਹੀ ਬੈਠੋਗੇ? ਫਿਰ ਜਿੱਦ ਕਰਕੇ ਆਏ ਹੋ ਜਾਂ ਆਪ ਖੁਦ ਲੈ ਕੇ ਆਏ ਨੇ? ਨਹੀਂ ਪਾਪਾ ਪਹਿਲਾਂ ਅਸੀਂ ਐਗਜ਼ਾਮ ਤੋਂ ਪਹਿਲਾਂ ਪਾਪਾ ਨੂੰ ਕਿਹਾ ਸੀ ਵੀ ਸਾਨੂੰ ਉੱਥੇ ਲੈ ਕੇ ਜਾਓ। ਪਾਪਾ ਕਹਿੰਦੇ ਐਗਜ਼ਾਮ ਖਤਮ ਹੋ ਲੈਣ ਤੋਂ ਫਿਰ ਲੈ ਕੇ ਜਾਵਾਂਗੇ, ਤੇ ਐਗਜ਼ਾਮ ਖਤਮ ਹੋ ਗਏ ਹੁਣ ਅਸੀਂ ਹੁਣ ਉਰੇ ਆਏ ਹਾਂ। ਡੇਰੇ ਪੱਕੀ ਨੇ? ਹਾਂਜੀ ਹਾਂਜੀ। ਤੇ ਕੀ ਕਹੋਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ? ਕੀ ਲੱਗਦਾ ਕਿਉਂ ਨਹੀਂ ਮੰਨ ਰਹੇ? ਅਸੀਂ ਪ੍ਰਧਾਨ ਮੰਤਰੀ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਛੇਤੀ ਛੇਤੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਆਪਾਂ ਕਹਿੰਦਾ ਹੋਊਗਾ ਮੋਦੀ ਸਾਹਿਬ ਕਿਉਂ ਨਹੀਂ ਮੰਨ ਰਹੇ? ਕੋਈ ਗੱਲ ਨਹੀਂ ਇਹ ਤਾਂ ਕੋਈ ਸਹੀ ਗੱਲ ਹੈ, ਮੰਨਣਾ ਚਾਹੀਦਾ ਉਹਨਾਂ ਨੂੰ। ਹਾਂਜੀ ਮੰਨਣਾ ਜ਼ਰੂਰ ਚਾਹੀਦਾ ਹੈ। ਜਿਹੜੇ ਅਸੀਂ ਸੜਕਾਂ 'ਤੇ ਬੈਠੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਨੂੰ ਹੀ ਅੱਤਵਾਦੀ ਕਹਿੰਦੇ ਨੇ, ਪਰ ਇਹ ਅੱਤਵਾਦੀ ਨਹੀਂ, ਇਹ ਦੇਸ਼ ਦਾ ਢਿੱਡ ਭਰ। ਹਾਂਜੀ 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 ਘੁੰਮੇ ਹੋ ਫਿਰ, ਲੰਗਰਾਂ 'ਚ ਗਏ ਹੋ? ਹਾਂਜੀ ਸੇਵਾ ਵੀ ਕੀਤੀ ਹੈ। ਹਾਂਜੀ ਕੀ ਲੱਗਦਾ ਅੱਤਵਾਦੀ ਨੇ? ਨਹੀਂ ਅੱਤਵਾਦੀ ਨਹੀਂ, ਇਹ ਦੇਸ਼ ਦਾ ਢਿੱਡ ਭਰਦੇ ਨੇ ਤੇ ਇਹਨਾਂ ਨੂੰ ਅੱਤਵਾਦੀ ਨਹੀਂ ਕਹਿਣਾ ਚਾਹੀਦਾ। ਤੇ ਮੋਦੀ ਸਾਹਿਬ ਦੇਖ ਰਹੇ ਨੇ ਸਾਰਾ ਕੁਝ? ਨਹੀਂ ਹਾਂਜੀ ਦੇਖਦੇ ਹੋਣੇ, ਪਰ ਉਹਨਾਂ ਨੂੰ ਛੇਤੀ ਛੇਤੀ ਇਹ ਗੱਲ ਨਹੀਂ ਉਹ ਹੁੰਦੀ ਹੈਗੀ, ਸਮਝ ਨਹੀਂ ਆਉਂਦੀ ਹੈਗੀ। ਹੋਰ ਕੀ ਫਿਰ ਜਾਣਦੇ ਹੋ ਅੰਦੋਲਨ ਬਾਰੇ ਜਾਂ ਕਿਸਾਨਾਂ ਬਾਰੇ ਜਾਂ ਫਿਰ ਇਹਨਾਂ ਜੋ ਕਾਨੂੰਨਾਂ ਬਾਰੇ? ਕੋਈ ਖੁੱਲ੍ਹ ਕੇ ਵਿਚਾਰ ਦੱਸੋ। ਤੇ ਇਹ ਜਿਹੜੇ ਕਿਸਾਨ ਨੇ ਉਹ ਸ਼ਾਂਤਮਈ ਢੰਗ ਨਾਲ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਤੇ ਕੋਈ ਇੱਥੇ ਲੜਾਈ ਝਗੜਾ ਕੁਝ ਨਹੀਂ ਹੁੰਦਾ ਹੈਗਾ। ਕੀ ਮੋਦੀ ਸਾਹਿਬ ਨੂੰ ਮੰਨਣਾ ਚਾਹੀਦਾ? ਮੰਨਣਾ ਚਾਹੀਦਾ, ਜ਼ਰੂਰ ਮੰਨਣਾ ਚਾਹੀਦਾ, ਜ਼ਰੂਰ ਮੰਨਣਾ ਚਾਹੀਦਾ। ਬੈਠੇ ਹੋ ਫਿਰ? ਨਹੀਂ ਹਾਂਜੀ ਹਾਂਜੀ ਲਗਾਤਾਰ? ਹਾਂਜੀ। ਬੱਚੀ ਕੋਲ ਫੇਰ ਆ ਜਾਣੇ ਆ। ਬੇਟਾ ਕੋਈ ਕਵਿਤਾ ਕਹਿੰਦੇ ਸੀ ਕੋਈ ਸੁਣਾਉਣ ਨੂੰ, ਕੋਈ ਕੁਝ ਲਿਖਿਆ ਉਹ ਸੁਣਾਓ ਫਿਰ ਸਾਨੂੰ। ਮੈਂ ਧੀਆਂ ਪੰਜ ਦਰਿਆਵਾਂ ਦੀ, ਮੇਰੀ ਸੂਰਜ ਵਰਗੀ ਲੋ, ਮੇਰੀ ਕਲਪਨਾ ਹੈ ਕਲਪਨਾ ਚਾਵਲਾ ਵਰਗੀ, ਮੇਰੀ ਮੰਜ਼ਿਲ ਵੀ ਹੈ ਬਸ ਉਹ, ਮੇਰੀ ਮੰਜ਼ਿਲ ਵੀ ਹੈ ਬਸ ਉਹ। ਬੱਚੇ ਸੀ ਮਾਸੂਮ ਭਾਵੇਂ ਹੌਸਲੇ ਬੁਲੰਦ ਸੀ, ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਉ ਬੰਦ ਸੀ, ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ, ਬੜੇ ਹੀ ਮਹਾਨ ਦਰ ਤੇਰੇ ਫਰਜ਼ੰਦ ਸੀ। ਸਾਹਿਬਜ਼ਾਦੇ ਆਪਣੇ ਲਈ ਜ਼ਿੰਦਗਾਨੀ ਵਾਰ ਗਏ, ਸਾਹਿਬਜ਼ਾਦੇ ਆਪਣੇ ਲਈ ਜ਼ਿੰਦਗਾਨੀ ਵਾਰ ਗਏ, ਸੋਚੋ ਜ਼ਰਾ ਅੱਜ ਆਪਾਂ ਸਿੱਖੀ ਕਿਉਂ ਵਿਸ਼ਾਰ ਗਏ, ਸਿੱਖੀ ਕਿਉਂ ਵਿਸ਼ਾਰ ਗਏ। ਬੜਾ ਵਧੀਆ ਨੇ। ਇਹ ਬੇਟਾ ਕਿੱਥੋਂ ਯਾਦ ਕੀਤੀ ਹੈ? ਕਿੱਥੋਂ? ਇਹ ਕਵਿਤਾ ਮੈਨੂੰ ਪਾਪਾ ਜੀ ਨੇ ਸਿਖਾਈ। ਤੇ ਹੋਰ ਕੀ ਸਿਖਾਇਆ ਪਾਪਾ ਜੀ ਨੇ? ਹੋਰ ਵੀ ਸਿਖਾਇਆ ਸੀ ਬਹੁਤ ਕੁਝ, ਭੁੱਲ ਗਏ? ਉਹ ਆਜ਼ਾਦ ਹੈ। ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਜ਼ਿੰਦਗੀ ਦਾ ਹੁਣ ਇੰਤਜ਼ਾਰ ਨਾ ਕਰੀ, ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ, ਛੱਡ ਗਏ ਸਰੀਰ ਨੀਹਾਂ 'ਚ ਸਮਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ, डिग्गी सी दीवार दो में थल्ले आ गए, डिग्गी सी दीवार दो में थल्ले आ गए, नीहां विच आखरी फतेह बुला गए, बार बार डिग्गी सी दीवार जोर दी, बार बार डिग्गी सी दीवार जोर दी, जालमां दे अगे जी मैं हाथ जोड़ दी, जालमां दे अगे जी मैं हाथ जोड़ दी। बेटा फिर हुण घर कौन आ? घरे कौन ने? घरे मम्मा पापा दादी दादू सारे? मम्मा ते पापा ही ने घरे, ते मेरी छोटी भैन। ਇੱਥੇ ਦਾਦੀ ਨਾਲ ਆਏ ਹੋ? दादी ना आया, मेरे दादू जी दूजे टिकरी बार्डर ते ने। ਔਰ ਉਧਰ ਨੇ? ਫਿਰ ਉਧਰ ਕਿਉਂ ਕਰੇ? ਅਸੀਂ ਉਹ ਤੋਂ ਪਹਿਲਾਂ ਤੋਂ ਆਏ ਵੇ, ਸਾਡੇ ਤੋਂ 1 ਮਹੀਨਾ ਪਹਿਲਾਂ ਆਏ ਵੇ ਆ, ਪਤਾ ਨਹੀਂ ਹੋ ਗਏ 10-12 ਦਿਨ। ਉਹ ਸਾਡੇ ਟਿਕਰੀ ਬਾਰਡਰ ਜਾਣ ਦਾ ਮਨ ਹੈਗਾ? ਨਹੀਂ, ਉੱਥੋਂ ਹੀ ਆਏ ਸੀ ਅਸੀਂ, ਪਹਿਲੇ ਦਿਨ ਉੱਥੋਂ ਹੀ ਆਏ ਸੀਗੇ। ਉੱਥੇ ਕੀ ਦੇਖਿਆ? ਉੱਥੇ ਵੀ ਬਹੁਤ ਵਧੀਆ ਸੀਗੇ, ਕਿੰਨੇ ਕੁ ਲੋਕ ਬੈਠੇ? ਉੱਥੇ ਵੀ ਬਹੁਤ ਲੋਕ ਸੀਗੇ। ਟਰਾਲੀਆਂ ਬਹੁਤ? ਹਾਂਜੀ ਫੁੱਲ ਫਲ ਲੱਗੇ ਹੋਏ, ਪਾਰਕ ਬਣੇ ਹੋਏ? ਹਾਂਜੀ ਬਹੁਤ ਸੋਹਣਾ ਸੀ। ਦੇਖਿਆ? ਹਾਂਜੀ ਗਾਰਡਨ ਵੀ ਸੀ ਬਹੁਤ ਸੋਹਣੀ, ਉਹ 'ਚ ਵੀ ਟੈਂਟ ਲਗਾਏ ਹੋਏ ਸੀਗੇ। ਟੈਂਟ ਲਾਏ ਸੀ। ਹਾਂਜੀ। ਫਿਰ ਕਦੋਂ ਬੇਟਾ ਕੀ ਲੱਗਦਾ ਕਦੋਂ ਤੱਕ ਅੰਦੋਲਨ ਚੱਲੂਗਾ? ਕੀ ਲੱਗਦਾ ਜਲਦ ਮੋਦੀ ਸਾਹਿਬ ਮੰਨ ਜਾਣੇ? ਹਜੇ ਤਾਂ ਕੁਝ ਨਹੀਂ ਪਤਾ, ਮੋਦੀ ਨੂੰ ਅਸੀਂ ਮਨਵਾ ਕੇ ਤਾਂ ਜ਼ਰੂਰ ਰਵਾਂਗੇ, ਭਾਵੇਂ ਕੁਝ ਵੀ ਹੋ ਜਾਏ, ਭਾਵੇਂ ਸਾਨੂੰ ਜਾਨ ਹੀ ਨਾ ਦੇਣੀ ਪਵੇ। ਅਸੀਂ 2-3 ਸਾਲਾਂ ਬਾਅਦ 20-30 ਸਾਲਾਂ ਬਾਅਦ ਵੀ ਤਾਂ ਮਰਾਂਗੇ, ਜੇ ਸਾਨੂੰ ਹੁਣ ਹੀ ਮਾਰ ਦੋ, ਸਾਡੇ ਦਾਦੀ ਦਾਦਾ ਜੀ ਨੂੰ ਫੜਾ ਦੋ ਕਾਚੂ, ਸਾਡਾ ਹੁਣੀ ਗਲਾ ਵੱਢ ਕੇ ਸਾਨੂੰ ਮਾਰ ਦੇ। ਕਿਉਂਕਿ ਲੱਗਦਾ ਕਿ ਹੁਣ ਫਿਰ ਔਖਾ ਬਹੁਤ ਹੋ ਜਾਊਗਾ, ਦੇਖ ਇਹ ਕਾਨੂੰਨ ਲਾਗੂ ਹੋ ਗਏ। ਹਾਂਜੀ ਲੱਗਦਾ ਹੈ ਔਖਾ ਹੋ ਜਾਊਗਾ। ਡੈਡੀ ਕਹਿੰਦਾ ਹੁੰਦਾ? ਹਾਂਜੀ ਕੀ ਕਹਿੰਦੇ ਹੁੰਦੇ ਆ? ਕਹਿੰਦੇ ਹੁੰਦੇ ਆ ਕਿ ਵੀ ਪਤਾ ਨਹੀਂ ਕਿੰਨਾ ਟਾਈਮ ਚੱਲੂਗਾ, ਕੀ ਪਤਾ ਮੋਦੀ ਕਦੋਂ ਮੰਨੂਗਾ। ਇਹ ਵੀ ਕਹਿੰਦੇ ਹੋਣਗੇ ਵੀ ਜੇ ਕਾਨੂੰਨ ਲਾਗੂ ਹੋ ਗਏ ਤਾਂ ਆਹ ਦਿੱਕਤ ਆਊ, ਆਹ ਦਿੱਕਤ ਆਊ। ਹਾਂਜੀ ਕੋਈ ਦਿੱਕਤ ਪਤਾ ਕਿਹੜੀ ਆ ਸਕਦੀ ਆ? ਬਹੁਤ ਦਿੱਕਤਾਂ ਆ ਸਕਦੀਆਂ ਨੇਗੀਆਂ।
ਤਾਂ ਹੀ ਬੈਠੇ ਹੋ ਫਿਰ ਇੱਥੇ ਅਸੀਂ ਸਾਰੇ ਹੱਕ ਲੈਣ ਦੇ ਲਈ ਬੈਠੇ ਹੋਏ ਹਾਂ। ਹੱਕ ਲੈਣ ਦੇ ਲਈ ਲੈ ਕੇ ਜਾਓਗੇ। ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਤੁਸੀਂ ਬੋਲੋ ਵੀ। ਠੀਕ ਆ, ਚਲੋ ਦੱਸ ਦਈਏ ਜਿਹੜੇ ਇਸ ਸਾਈਡ ਬੱਚੇ ਬੈਠੇ ਨੇ, ਇਹ ਬੱਚੀਆਂ ਬੈਠੀਆਂ ਨੇ, ਇਹ ਵੱਖਰਾ ਗਰੁੱਪ ਆ ਤੇ ਇਹ ਵੱਖਰਾ ਗਰੁੱਪ ਆ। ਇਕੱਠੇ ਕੀਤੇ ਗਏ, ਰਸਤੇ ਜਾਂਦੇ ਸੀ ਬੱਚੇ ਜਿਨ੍ਹਾਂ ਤੋਂ ਥੋੜੀ ਮੋਟੀ ਗੱਲਬਾਤ ਹੋਈ। ਗੱਲਬਾਤ ਦੌਰਾਨ ਲੱਗਿਆ ਕਿ ਇਹ ਬੱਚੇ ਨੇ ਜਿਹੜੇ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਤੇ ਆਪਣੇ ਮਾਪੇ ਤੇ ਆਪਣਾ ਦਾਦਾ ਦਾਦੀ ਦੇ ਨਾਲ ਇਸ ਅੰਦੋਲਨ ਦੇ ਵਿੱਚ ਆਏ ਨੇ ਤੇ ਇੱਥੋਂ ਜਾਣ ਦਾ ਨਾਂ ਨਹੀਂ ਲੈ ਰਹੇ। ਸਕੂਲਾਂ ਤੋਂ ਐਗਜ਼ਾਮ ਦੇਣ ਤੋਂ ਬਾਅਦ ਇੱਥੇ ਆਏ ਨੇ, ਟਿੱਕਰੀ ਬਾਰਡਰ ਵੀ ਗਏ ਨੇ, ਇੱਥੇ ਵੀ ਰਹੇ ਨੇ। ਇਹਨਾਂ ਕਹਿਣਾ ਕਿ ਜੇਕਰ ਕੋਈ ਮਜਬੂਰੀ ਪਈ ਤਾਂ ਹੀ ਇਹ ਪਿੰਡ ਵਾਪਸ ਜਾਣ ਦਾ ਨਾਂ ਲੈਣਗੇ, ਨਹੀਂ ਤਾਂ ਇਹ ਇਸ ਅੰਦੋਲਨ ਦੇ ਵਿੱਚ ਰਹਿਣਗੇ ਤੇ ਆਪਣੇ ਪਰਿਵਾਰ ਦੇ ਨਾਲ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਕਾਨੂੰਨਾਂ ਬਾਰੇ ਵੀ ਜਾਣਦੇ ਨੇ ਤੇ ਕਾਨੂੰਨਾਂ ਨੂੰ ਰੱਦ ਕਰਾਉਣ ਬਾਰੇ ਵੀ ਗੱਲ ਕਹਿ ਰਹੇ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਵੀ ਇਹਨਾਂ ਕਾਨੂੰਨਾਂ ਬਾਰੇ ਜਲਦ ਫੈਸਲਾ ਲੈਣ, ਰੱਦ ਕਰਨਾ। ਵੇਖਣਾ ਹੋਏਗਾ ਕਿ ਹੁਣ ਇਸ ਅੰਦੋਲਨ ਜੋ ਦੇਸ਼ ਦੇ ਨਹੀਂ ਬਲਕਿ ਵਿਦੇਸ਼ਾਂ ਤੱਕ ਫੈਲ ਰਿਹਾ ਹੈ, ਹੁਣ ਤਾਂ ਮਾਸੂਮ ਬੱਚੇ ਵੀ ਇਹਦਾ ਹਿੱਸਾ ਬਣਨ ਲੱਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਸਮਾਂ ਹੋਰ ਇਹ ਅੰਦੋਲਨ ਇਸੇ ਤਰ੍ਹਾਂ ਕਰਨਾ ਪਏਗਾ ਤੇ ਸੜਕਾਂ ਤੇ ਬੈਠਣਾ ਪਏਗਾ। ਸਰਦੀ ਗੁਜ਼ਰ ਗਈ ਆ, ਗਰਮੀਆਂ ਆ ਰਹੀਆਂ ਨੇ, ਕਿ ਕਿਹੜਾ ਸਮਾਂ ਉਹ ਹੋਏਗਾ ਜਦੋਂ ਫੈਸਲਾ ਹੋਏਗਾ ਤੇ ਮੋਦੀ ਸਾਹਿਬ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਿੰਘੂ ਬਾਰਡਰ ਤੋਂ ਕੈਮਰਾਮੈਨ ਕਮਲ ਦੇ ਨਾਲ ਸੁੱਖਾ ਖੇੜੀਵਾਲਾ।